जी ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਪ੍ਰੀਤੀ ਮੈਥ ਕਲਾਸਿਸ ਵਿੱਚ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੋਮਵਾਰ ਨੂੰ ਜਮਾਤ 9ਵੀਂ ਦਾ ਇੰਗਲਿਸ਼ ਦਾ ਪੇਪਰ ਹੈ ਤੇ ਇਸ ਪੇਪਰ ਦੀ ਤਿਆਰੀ ਦੇ ਲਈ ਆਪਾਂ ਪਹਿਲਾਂ 2 ਸੈਂਪਲ ਪੇਪਰ ਅਪਲੋਡ ਕਰ ਚੁੱਕੇ ਹਾਂ। ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਆਪਣਾ ਸੈਂਪਲ ਪੇਪਰ ਨੰਬਰ 3। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ 2 ਸੈਂਪਲ ਪੇਪਰ ਹੋਰ ਵੀ ਰਿਵਾਈਜ਼ ਕਰਾਂਗੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਪਹਿਲੀ ਵਾਰੀ ਇਸ ਚੈਨਲ ਤੇ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਪ੍ਰੈਸ ਕਰ ਲੈਣ ਤਾਂ ਕਿ ਅੱਗੇ ਆਉਣ ਵਾਲੀ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਤੁਹਾਡੇ ਫਰੈਂਡਸ ਵੀ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੀ ਰਿਵੀਜ਼ਨ ਕਰ ਸਕਣ। ਚਲੋ ਸ਼ੁਰੂ ਕਰਦੇ ਹਾਂ ਆਪਣਾ ਪੇਪਰ। ਹਾਂਜੀ, ਇਹ ਜੋ ਪੇਪਰ ਆਏਗਾ ਤੁਹਾਨੂੰ ਇਹ ਆਏਗਾ ਕੁੱਲ 80 ਨੰਬਰ ਦਾ ਤੇ ਸਮਾਂ ਮਿਲੂਗਾ ਤੁਹਾਨੂੰ 3 ਘੰਟੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਏਗਾ ਇੱਕ ਪੈਸੇਜ। ਇਸ ਪੈਸੇਜ ਨੂੰ ਤੁਹਾਨੂੰ ਪੜ੍ਹਨਾ ਹੈ ਤੇ ਇਸ ਨੂੰ ਪੜ੍ਹ ਕੇ ਤੁਹਾਨੂੰ ਕੁਐਸਚਨਸ ਦੇ ਆਨਸਰ ਦੇਣੇ ਹਨ। ਇਹਦੇ ਤੁਹਾਨੂੰ ਮਿਲਣਗੇ ਕੁੱਲ 4 ਮਾਰਕਸ। ਚਲੋ ਰੀਡ ਕਰਦੇ ਪੈਸੇਜ। ਵਾਈ ਡੂ ਯੂ ਡੂ ਦਿਸ? ਤੁਸੀਂ ਇਹ ਕਿਉਂ ਕਰਦੇ ਹੋ? ਆਈ ਆਸਕ ਸਾਹਿਬ। ਮੈਨੇ ਇਹ ਸਾਹਿਬ ਨੂੰ ਪੁੱਛਦਾ। whom I encounter every morning scrounging for gold in the garbage dumps of my neighbor। ਜਿਸ ਨੂੰ ਮੈਂ ਹਰ ਰੋਜ਼ ਸਵੇਰੇ ਆਪਣੇ ਆਂਢ ਗੁਆਂਢ ਦੇ ਕੂੜੇ ਦੇ ਢੇਰਾਂ ਵਿੱਚ ਸੋਨਾ ਲੱਭਦਾ ਹੋਇਆ ਦੇਖਦਾ ਹਾਂ। ਸਾਹਿਬ ਲੈਫਟ ਹਿਜ਼ ਹੋਮ ਲੌਂਗ ਐਗੋ। ਸਾਹਿਬ ਨੇ ਬਹੁਤ ਸਮਾਂ ਪਹਿਲਾਂ ਆਪਣਾ ਘਰ ਛੱਡ ਦਿੱਤਾ ਸੀ। ਸੈਟ ਅਮਿਸਟ ਦ ਗ੍ਰੀਨ ਫੀਲਡਸ ਆਫ ਢਾਕਾ। ਢਾਕਾ ਦੇ ਹਰੇ ਭਰੇ ਖੇਤਾਂ ਦੇ ਵਿਚਕਾਰ। ਹਿਜ਼ ਹੋਮ ਇਜ਼ ਨਾਟ ਈਵਨ ਅ ਡਿਸਟੈਂਸ ਮੈਮਰੀ। ਢਾਕਾ ਦੇ ਹਰੇ ਭਰੇ ਖੇਤਾਂ ਦੇ ਵਿਚਕਾਰ ਵਸਿਆ ਹੋਇਆ ਉਸਦਾ ਘਰ ਹੁਣ ਦੂਰ ਦੀ ਯਾਦ ਵੀ ਨਹੀਂ ਸੀ। There were many storms that swept away their fields and homes, his mother tells him। ਉਸਦੀ ਮਾਂ ਉਸਨੂੰ ਦੱਸਦੀ ਹੈ ਕਿ ਬਹੁਤ ਸਾਰੇ ਤੂਫਾਨ ਆਏ ਸਨ ਜੋ ਕਿ ਉਹਨਾਂ ਦੇ ਖੇਤਾਂ ਅਤੇ ਘਰਾਂ ਨੂੰ ਉਡਾ ਕੇ ਲੈ ਗਏ ਸਨ। That's why they left looking for gold in the big city। ਇਸੇ ਲਈ ਉਹ ਵੱਡੇ ਸ਼ਹਿਰ ਵਿੱਚ ਸੋਨਾ ਲੱਭਣ ਲਈ ਚਲੇ ਗਏ। Where does he now live? ਉਹ ਹੁਣ ਕਿੱਥੇ ਰਹਿੰਦਾ ਹੈ? I have nothing else to do। ਮੇਰੇ ਕੋਲ ਕਰਨ ਲਈ ਹੋਰ ਕੁਝ ਨਹੀਂ ਹੈ। He mutters looking away। ਉਹ ਦੂਰ ਦੇਖਦੇ ਹੋਏ ਬੁੜਬੁੜਾਉਂਦਾ ਹੈ। Go to school। ਸਕੂਲ ਜਾਓ। I say glibly realizing immediately how hollow the advice must sound। ਮੈਂ ਬੇਤੁਕੇ ਢੰਗ ਨਾਲ ਕਹਿੰਦਾ ਹਾਂ। ਠੀਕ ਹੈ ਜੀ। ਤੇ ਤੁਰੰਤ ਮਹਿਸੂਸ ਕਰਦਾ ਹਾਂ ਕਿ ਇਹ ਸਲਾਹ ਕਿੰਨੀ ਖੋਖਲੀ ਹੋਵੇਗੀ। There is no school in my neighborhood। ਮੇਰੇ ਗੁਆਂਢ ਵਿੱਚ ਕੋਈ ਸਕੂਲ ਨਹੀਂ ਹੈ। When they build one। ਜਦੋਂ ਉਹ ਇੱਕ ਬਣਾਉਣਗੇ I will go। ਮੈਂ ਜਾਵਾਂਗਾ। If I start a school। ਜੇ ਮੈਂ ਇੱਕ ਸਕੂਲ ਸ਼ੁਰੂ ਕਰਾਂ will you come। ਕੀ ਤੁਸੀਂ ਆਓਗੇ? I ask half joking। ਮੈਂ ਅੱਧਾ ਮਜ਼ਾਕ ਕਰਦੇ ਹੋਏ ਪੁੱਛਦਾ ਹਾਂ। Yes he says smiling broadly। ਹਾਂ ਉਹ ਖੁਸ਼ੀ ਨਾਲ ਮੁਸਕਰਾਉਂਦੇ ਹੋਏ ਕਹਿੰਦਾ ਹੈ। A few days later। ਕੁਝ ਦਿਨਾਂ ਬਾਅਦ। I see him running up to me। ਮੈਂ ਉਸਨੂੰ ਮੇਰੇ ਵੱਲ ਦੌੜਦਾ ਦੇਖਦਾ ਹਾਂ। Is your school ready। ਕੀ ਤੁਹਾਡਾ ਸਕੂਲ ਤਿਆਰ ਹੈ? It takes longer to build a school। ਇੱਕ ਸਕੂਲ ਬਣਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। I say embarrassed at having made a promise that was not meant। ਮੈਂ ਸ਼ਰਮਿੰਦਾ ਹੋ ਕੇ ਕਹਿੰਦਾ ਹਾਂ ਕਿ ਮੈਂ ਇੱਕ ਅਜਿਹਾ ਵਾਅਦਾ ਕੀਤਾ ਸੀ ਜਿਸ ਦਾ ਕੋਈ ਮਤਲਬ ਨਹੀਂ ਸੀ। But promises like mine abound in every corner of his bleak world। ਪਰ ਮੇਰੇ ਵਰਗੇ ਵਾਅਦੇ ਉਸਦੀ ਉਦਾਸ ਦੁਨੀਆ ਦੇ ਹਰ ਕੋਨੇ ਵਿੱਚ ਭਰੇ ਪਏ ਸਨ। ਤਾਂ ਇਹ ਸੀ ਜੀ ਆਪਣਾ ਪੈਸੇਜ। ਹੁਣ ਦੇਖਦੇ ਕੁਐਸਚਨ। ਵਟ ਵਾਜ਼ ਸਾਹਿਬ ਡੂਇੰਗ? ਸਾਹਿਬ ਕੀ ਕਰ ਰਿਹਾ ਸੀ? ਸਰਚਿੰਗ ਫॉर ਗੋਲਡ। ਠੀਕ ਹੈ, ਸੋਨਾ ਲੱਭ ਰਿਹਾ ਸੀ। ਵੇਅਰ ਡਿਡ ਹੀ ਟਰਾਈ ਟੂ ਫਾਈਂਡ ਦਾ ਗੋਲਡ? ਕਿੱਥੇ ਉਹ ਸੋਨਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ? ਗਾਰਬੇਜ ਦੇ ਡੰਪ ਦੇ ਵਿੱਚ। ਦਾ ਆਥਰ ਗੇਵ ਸਮ ਐਡਵਾਈਸ ਟੂ ਸਾਹਿਬ। ਜਿਹੜਾ ਲੇਖਕ ਹੈ ਉਹ ਸਾਹਿਬ ਨੂੰ ਕੋਈ ਐਡਵਾਈਸ ਦਿੰਦਾ ਹੈ। ਵਟ ਵਾਜ਼ ਇਟ? ਤੇ ਉਹ ਐਡਵਾਈਸ ਕੀ ਸੀ? ਟੂ ਗੋ ਟੂ ਸਕੂਲ। ਉਸਨੂੰ ਸਕੂਲ ਜਾਣ ਦੀ ਸਲਾਹ ਦਿੰਦਾ ਹੈ।
which word in the passage does mean empty and desolate? ਇਸ ਪੈਸੇਜ ਦੇ ਵਿੱਚ ਕਿਹੜਾ ਸ਼ਬਦ ਹੈ ਜਿਸ ਦਾ ਮੀਨਿੰਗ empty and desolate ਹੈ? ਉਹ ਹੈਗਾ ਜੀ bleak। ਅੱਗੇ ਦੇਖੋ ਆਪਾਂ ਨੇ ਇੱਕ ਪੋਸਚਰ ਦਿੱਤਾ ਹੋਇਆ, ਇਸ ਪੋਸਚਰ ਨੂੰ ਰੀਡ ਕਰਕੇ ਆਪਾਂ ਨੇ ਨੀਚੇ ਦਿੱਤੇ ਹੋਏ 4 ਕੁਐਸਚਨਸ ਦੇ ਆਨਸਰਸ ਦੇਣੇ ਹਨ। ਦੇਖੋ ਪਹਿਲਾਂ ਆਪਣਾ ਪੈਸੇਜ ਦੇਖਦੇ ਹਾਂ। नो योर फूड पिरामिड कि अपने फूड पिरामिड ਨੂੰ ਜਾਣੋ ਟੂ ਪਲਾਨ ਅ ਬੈਲੈਂਸ ਡਾਈਟ। ਇੱਕ ਬੈਲੈਂਸ ਡਾਈਟ ਨੂੰ ਪਲਾਨ ਕਰਨ ਲਈ ਦੇਖੋ ਆਪਾਂ ਨੂੰ ਇੱਕ ਪਿਰਾਮਿਡ ਦਿੱਤਾ ਹੋਇਆ ਹੈ। ਇਹਦੇ ਵਿੱਚ ਕੀ ਕੁਛ ਹੈ? ਪ੍ਰੋਸੈਸਡ ਫੂਡਸ, ਐਨੀਮਲਸ, ਪ੍ਰੋਟੀਨ ਐਂਡ oils, vegetable and fruits. Eat sparingly, eat in moderate quantities, eat in generous amount, consume adequately, cereals, legumes, milk and milk products। ਤੇ ਇਹਦੇ ਵਿੱਚ ਕੀ ਕਿਹਾ ਹੋਇਆ ਹੈ ਕਿ ਜਿਹੜੀ ਸਿਗਰਟ ਹੈ ਸਮੋਕ ਉਹ ਨਹੀਂ ਕਰਨਾ ਚਾਹੀਦਾ ਤੇ ਡਰਿੰਕ ਨਹੀਂ ਕਰਨੀ ਚਾਹੀਦਾ ਹੈਗਾ। ਠੀਕ ਹੈ ਜੀ। ਇੰਡੀਆ की फार्मेसी netmeds.com ਦੁਆਰਾ ਇਹ ਬਣਾਇਆ ਗਿਆ ਹੈ। ਤਾਂ ਵਟ ਇਜ਼ ਦ ਥੀਮ ਆਫ ਦ ਪੋਸਚਰ? ਇਸ ਪੋਸਚਰ ਦਾ ਕੀ ਥੀਮ ਹੈ? ਬੈਲੈਂਸਡ ਡਾਈਟ। ਵਟ ਡਜ਼ ਅ ਬੈਲੈਂਸ ਡਾਈਟ ਇਨਕਲੂਡ? ਬੈਲੈਂਸ ਡਾਈਟ ਦੇ ਵਿੱਚ ਕੀ ਕੁਛ ਸ਼ਾਮਿਲ ਹੁੰਦਾ ਹੈ? ਫਰੂਟਸ ਐਂਡ ਵੈਜੀਟੇਬਲਸ ਹੁੰਦੇ ਨੇ, ਪ੍ਰੋਟੀਨਸ ਐਂਡ oils, ਸੀਰਲਸ, ਮਿਲਕ ਐਂਡ ਮਿਲਕ ਪ੍ਰੋਡਕਟ, ਆਲ ਆਫ ਦੀਜ਼। ਇਹ ਸਭ ਕੁਛ ਸ਼ਾਮਿਲ ਹੁੰਦਾ ਜੀ। ਤਾਂ ਇਸ ਕਰਕੇ ਡੀ ਆਪਸ਼ਨ ਆਏਗਾ ਆਪਣਾ ਰਾਈਟ ਆਂਸਰ, ਆਲ ਆਫ ਦੀਜ਼। ਅੱਗੇ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ? ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ? ਪਹਿਲਾ ਹੈ ਜੀ ਈਟ ਐਨੀਮਲ ਪ੍ਰੋਟੀਨ ਐਂਡ oils ਇਨ ਮੋਡਰੇਟ ਕੁਆਂਟੀਟੀ, ਕਿ ਆਪਾਂ ਨੂੰ ਐਨੀਮਲ ਪ੍ਰੋਟੀਨ ਅਤੇ ਉਹਨਾਂ ਦਾ ਤੇਲ ਜਿਹੜਾ ਹੈਗਾ ਮੋਡਰੇਟ ਕੁਆਂਟਿਟੀ ਦੇ ਵਿੱਚ ਕੰਜ਼ਿਊਮ ਕਰਨਾ ਚਾਹੀਦਾ ਹੈ। ਸਹੀ ਹੈ ਜੀ। ਕੰਜ਼ਿਊਮ ਸੀਰੀਅਲ ਐਂਡ ਮਿਲਕ ਐਡਿਕੁਏਟਲੀ, ਇਹ ਵੀ ਸਹੀ ਹੈ। ਈਟ ਫਰੂਟਸ ਐਂਡ ਵੈਜੀਟੇਬਲ ਇਨ ਜਨਰਸ ਅਮਾਊਂਟ, ਇਹ ਵੀ ਸਹੀ ਹੈ। ਅਤੇ ਗਲਤ ਕਿਹੜਾ ਸੀ? ਈਟ ਪ੍ਰੋਸੈਸਡ ਫੂਡ ਅਨਸਪੇਅਰਿੰਗਲੀ। ਬੀ ਆਪਸ਼ਨ ਆਪਣਾ ਆਂਸਰ ਆਏਗਾ। ਅੱਗੇ ਹੈ ਵਟ ਸ਼ੁੱਡ ਬੀ ਐਬਸਟੇਨ ਫਰੋਮ? ਸਾਨੂੰ ਕਿਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ? ਸਮੋਕਿੰਗ ਤੋਂ, ਡਰਿੰਕਿੰਗ ਤੋਂ ਅਤੇ ਬੋਥ ਆਫ ਦੀਜ਼, ਦੋਨਾਂ ਤੋਂ, ਬੋਥ ਆਫ ਦੀਜ਼। ਅੱਗੇ ਹੈ ਸੈਕਸ਼ਨ ਬੀ। ਇਹਦੇ ਵਿੱਚ 6 ਕੁਐਸਚਨ ਨੇ ਅਤੇ 6 ਦੇ 6 ਕੁਐਸਚਨ 1 ਮਾਰਕ ਵਾਲੇ ਨੇ। ਪਹਿਲਾ ਹੈ where should Lincoln son should be steered away from? Grooming of a boy lesson ਦੇ ਵਿੱਚੋਂ ਇਹ ਜੀ। ਤਾਂ ਇਹਦਾ ਆਂਸਰ ਆਏਗਾ enemy। ਸੈਕਿੰਡ, ਨੇਮ ਦੀ ਇੰਸਟਰੂਮੈਂਟ ਇਨਵੈਂਟਡ ਬਾਈ ਜੇ.ਸੀ. ਬੋਸ। ਜੇ.ਸੀ. ਬੋਸ ਨੇ ਕਿਹੜੇ ਇੰਸਟਰੂਮੈਂਟ ਦੀ ਖੋਜ ਕੀਤੀ ਸੀ? ਕ੍ਰਿਸਕੋਗ੍ਰਾਫ। ਕਨਵਰ ਵਾਜ਼ ਅ ਐਲਡਰ ਬ੍ਰਦਰ ਆਫ ਸ਼ੇਰ ਸਿੰਘ। ਜਿਹੜਾ ਕਨਵਰ ਸੀ ਉਹ ਸ਼ੇਰ ਸਿੰਘ ਦਾ ਵੱਡਾ ਭਰਾ ਸੀ। ਟਰੂ ਔਰ ਫਾਲਸ? ਫਾਲਸ। ਅੱਗੇ ਹੈ ਜੀ ਵੇਅਰ ਡਿਡ ਦ ਵਿਲੇਜਸ ਟੇਕ ਸ਼ੈਲਟਰ? ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਕਿੱਥੇ ਸ਼ਰਨ ਲਈ ਸੀ? ਮੰਦਰ ਦੇ ਵਿੱਚ, ਟੈਂਪਲ। ਲੈਂਚੋ ਰੋਟ ਏ ਲੈਟਰ ਟੂ ਦ ਪੋਸਟਮੈਨ। ਲੈਂਚੋ ਨੇ ਪੋਸਟਮੈਨ ਨੂੰ ਲੈਟਰ ਲਿਖਿਆ ਸੀ। ਠੀਕ ਹੈ, ਟਰੂ ਔਰ ਫਾਲਸ? ਇਹਦਾ ਆਂਸਰ ਆਏਗਾ ਫਾਲਸ। ਵਟ ਵਾਜ਼ ਜੌਨਸੀ ਸਫਰਿੰਗ ਫਰੋਮ? ਜੌਨਸੀ ਕਿਸ ਬਿਮਾਰੀ ਤੋਂ ਉਹ ਗੁਜ਼ਰ ਰਹੀ ਸੀ? ਨਿਮੋਨੀਆ ਤੋਂ। ਸੈਕਸ਼ਨ ਸੀ ਟੈਕਸਟ ਬੁੱਕ। ਇਹਦੇ ਵਿੱਚ ਵੀ ਆਪਾਂ ਨੂੰ ਦੇਖੋ ਕੁਐਸਚਨ ਦਿੱਤੇ ਹੋਏ ਨੇ, ਆਪਾਂ ਨੇ ਕੋਈ 3 ਕੁਐਸਚਨਸ ਕਰਨੇ ਨੇ ਅਤੇ ਇਹ 3 ਮਾਰਕਸ ਵਾਲੇ ਨੇ। ਪਹਿਲਾ ਹੈ ਵਟ ਕੈਨ ਪਲੈਨਟਸ ਫੀਲ? ਕਿ ਪਲਾਂਟਸ ਕੀ ਫੀਲ ਕਰਦੇ ਨੇ? ਤਾਂ ਇਹਦਾ ਆਂਸਰ ਆਏਗਾ ਪਲਾਂਟਸ ਕੈਨ ਫੀਲ ਫੈਟੀਗਿਊ, ਪੇਨ ਐਂਡ ਜੋਏ। ਠੀਕ ਹੈ ਜੀ, ਪਲਾਂਟਸ ਫੀਲ ਕਰ ਸਕਦੇ ਨੇ ਫੈਟੀਗਿਊ, ਪੇਨ ਅਤੇ ਜੋਏ। ਸਰ ਜਗਦੀਸ਼ ਚੰਦਰਾ ਬੋਸ ਪ੍ਰੂਫ ਥਰੂ ਹੀਜ਼ ਐਕਸਪੈਰੀਮੈਂਟਸ। ਜਿਹੜੇ ਜਗਦੀਸ਼ ਚੰਦਰਾ ਬੋਸ ਸਰ ਸੀ ਉਹਨਾਂ ਨੇ ਆਪਣੇ ਐਕਸਪੈਰੀਮੈਂਟਸ 'ਚ ਸਿੱਧ ਕਰਿਆ ਸੀ ਕਿ ਪਲਾਂਟਸ ਹੈਵ ਏ ਸੈਂਸਿਟਿਵ ਨਰਵਸ ਸਿਸਟਮ ਐਂਡ ਰਿਸਪੌਂਡ ਟੂ ਐਕਸਟਰਨਲ ਸਟਿਮੂਲੀ ਲਾਈਕ ਲਾਈਟ, ਸਾਊਂਡ ਐਂਡ ਟੱਚ। ਠੀਕ ਹੈ, ਉਹ ਇਹਨਾਂ ਸਾਰੀ ਚੀਜ਼ਾਂ ਲਈ ਰਿਸਪੌਂਡ ਕਰਦੇ ਨੇ। ਸੈਕਿੰਡ, ਹੂ ਵਾਜ਼ ਅ ਸ਼ੇਰ ਸਿੰਘ ਬਹਾਦਰ? ਕੌਣ ਸੀ? ਸ਼ੇਰ ਸਿੰਘ ਬਹਾਦਰ ਵਾਜ਼ ਏ ਫੇਮਸ ਹੰਟਰ ਸੀ ਐਂਡ ਦ ਫਾਦਰ of the protagonist ਸ਼ੇਰ ਸਿੰਘ। ਠੀਕ ਹੈ, ਸ਼ੇਰ ਸਿੰਘ ਦੇ ਪਿਤਾ ਜੀ ਸੀ। he was known for his bravery and earned the title ਬਹਾਦਰ। ਉਹ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਸੀ ਅਤੇ ਉਹਨਾਂ ਨੂੰ ਬਹਾਦਰ ਟਾਈਟਲ ਮਿਲਿਆ ਸੀ ਬਿਕੋਜ਼ ਆਫ ਦ ਮੈਨੀ ਸਕਾਰਸ ਔਨ ਹਿਸ ਬੋਡੀ। ਉਹਨਾਂ ਦੇ ਜਿਹੜੇ ਸਰੀਰ ਉੱਪਰ ਬਹੁਤ ਸਾਰੇ ਨਿਸ਼ਾਨ ਬਣੇ ਹੋਏ ਸੀ ਫਰੋਮ ਐਨਕਾਊਂਟਰਸ ਵਿਦ ਵਾਈਲਡ ਐਨੀਮਲਸ। ਠੀਕ ਹੈ, ਵਾਈਲਡ ਐਨੀਮਲਸ ਨਾਲ ਐਨਕਾਊਂਟਰ ਕਰਦੇ ਹੋਏ ਉਹਨਾਂ ਦੇ ਸਰੀਰ 'ਤੇ ਬਹੁਤ ਸਾਰੇ ਸਕਾਰਸ ਪੈ ਗਏ ਸੀ ਜਿਸ ਕਰਕੇ ਉਹਨਾਂ ਨੂੰ ਬਹਾਦਰ ਦਾ ਟੈਗ ਦਿੱਤਾ ਗਿਆ ਸੀ। ਵਾਈ ਹੈਵ ਦੀ ਸਾਇੰਟਿਸਟ ਡਿਕਲੇਅਰ ਦ ਮੂਨ ਅਨਫਿਟ ਫॉर ਹਿਊਮਨ ਹੈਬੀਟੇਸ਼ਨ? ਕਿ ਜਿਹੜੇ ਸਾਇੰਟਿਸਟ ਸੀ ਉਹਨਾਂ ਨੇ ਮੂਨ ਨੂੰ ਹਿਊਮਨ ਹੈਬੀਟੇਸ਼ਨ ਲਈ ਅਨਫਿਟ ਕਿਉਂ ਡਿਕਲੇਅਰ ਕੀਤਾ ਸੀ? ਕਿਉਂਕਿ ਉੱਥੇ ਨਾ ਤਾਂ ਪਾਣੀ ਸੀ, ਠੀਕ ਹੈ, ਨਾ ਹੀ ਐਟਮੋਸਫੀਅਰ ਸੀ, ਮੀਨਸ ਆਕਸੀਜਨ ਨਹੀਂ ਹੈਗੀ ਸੀ, ਅਤੇ ਜਿਹੜਾ ਟੈਂਪਰੇਚਰ ਸੀ ਉਹ ਬਹੁਤ ਜ਼ਿਆਦਾ ਐਕਸਟ੍ਰੀਮ ਸੀ। ਠੀਕ ਹੈ,
ਮਤਲਬ ਡੇ ਐਂਡ ਨਾਈਟ ਦੇ ਵਿਚਕਾਰ ਫਲਕਚੁਏਸ਼ਨ ਬਹੁਤ ਜ਼ਿਆਦਾ ਸੀ ਟੈਂਪਰੇਚਰ ਦੇ ਵਿੱਚ ਉਹਨਾਂ ਦੇ। ਵੈਨ ਐਂਡ ਵੇਅਰ ਵਾਸ ਲਕਸ਼ਮੀ ਬਾਈ ਬੋਰਨ? ਲਕਸ਼ਮੀ ਬਾਈ ਵਾਸ ਬੋਰਨ ਔਨ 19 ਨਵੰਬਰ 1828। 19 ਨਵੰਬਰ 1828 'ਚ ਉਹਨਾਂ ਦਾ ਜਨਮ ਹੋਇਆ ਸੀ। ਠੀਕ ਹੈ, ਕਈ ਜਗ੍ਹਾ 'ਤੇ 1835 ਵੀ ਦੱਸਿਆ ਜਾਂਦਾ ਹੈ। ਇਨ ਵਾਰਾਣਸੀ, ਕਾਸ਼ੀ। ਹਰ ਚਾਈਲਡਹੁੱਡ ਨੇਮ ਵਾਜ਼ ਮਣੀਕਰਨਿਕਾ। ਉਹਨਾਂ ਦੇ ਬਚਪਨ ਦਾ ਨਾਮ ਕੀ ਸੀ? ਮਣੀਕਰਨਿਕਾ। ਅਗਲਾ ਹੈ ਜੀ, ਹੂ ਕਿਲਡ ਜਯਦਰਥਾ ਐਂਡ ਹਾਊ? ਜਯਦਰਥਾ ਨੂੰ ਕਿਸਨੇ ਮਾਰਿਆ ਸੀ ਤੇ ਕਿਵੇਂ ਮਾਰਿਆ ਸੀ? ਅਰਜੁਨਾ ਕਿਲਡ ਜਯਦਰਥਾ। ਹੀ ਯੂਜ਼ਡ ਪਾਵਰਫੁਲ ਐਰੋ ਟੂ ਸਰਵ ਸਿਵੀਰ ਜਯਦਰਥਾ ਹੈਡ। ਠੀਕ ਹੈ, ਅਰਜੁਨ ਨੇ ਮਾਰਿਆ ਸੀ ਉਸਨੂੰ ਤੇ ਉਸਨੇ ਤੀਰ ਯੂਜ਼ ਕੀਤਾ ਸੀ ਆਪਣਾ ਉਹਦੇ ਸਿਰ ਵਿੱਚ ਮਾਰ ਕੇ। ਐਸ ਪਰ ਕਰਸ ਐਨਸ਼ੋਰਡ ਹੀ ਦਾ ਹੈਡ ਫੈਲ ਇਨਟੂ ਦੀ ਲੈਪ ਆਫ ਜਯਦਰਥਾ ਫਾਦਰ। ਤੇ ਇਹ ਇੰਸ਼ੋਰ ਕੀਤਾ ਸੀ ਕਿ ਜਿਹੜਾ ਉਸਦਾ ਸਿਰ ਹੈ ਉਸਦੇ ਪਿਤਾ ਦੀ ਗੋਦ ਦੇ ਵਿੱਚ ਗਿਰੇ। ਠੀਕ ਹੈ ਜੀ। ਅਗਲੇ ਹੈਗੇ ਜੀ ਲੌਂਗ ਕੁਐਸਚਨ। ਦੋ ਲੌਂਗ ਕੁਐਸਚਨ ਨੇ, ਉਹਨਾਂ 'ਚ ਕੋਈ ਇੱਕ ਕਰਨਾ। ਪਹਿਲਾ ਹੈਗਾ ਰਾਈਟ ਏ ਫਿਊ ਲਾਈਨਸ ਅਬਾਊਟ ਦੀ ਕਰੈਕਟਰ ਸਕੈਚ ਆਫ ਸ਼ੇਰ ਸਿੰਘ। ਸ਼ੇਰ ਸਿੰਘ ਦੇ ਚਰਿੱਤਰ ਚਿਤਰਨ ਬਾਰੇ ਕੁਝ ਲਾਈਨਸ ਲਿਖੋ। ਜਾਂ ਫਿਰ ਹੂ ਡਿਡ ਅਰਜੁਨਾ ਅਵੈਂਜ ਹਿਸ ਸਨ ਡੈਥ? ਕਿ ਜਿਹੜਾ ਅਰਜੁਨ ਸੀ ਉਹਨੇ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਕਿਵੇਂ ਲਿਆ ਸੀ? ਤਾਂ ਪਹਿਲਾਂ ਹੈਗਾ ਜੀ ਕਰੈਕਟਰ ਸਕੈਚ ਸ਼ੇਰ ਸਿੰਘ ਦਾ। ਹੀ ਇਜ਼ ਅ ਬਰੇਵ, ਡਿਟਰਮਾਈਨਡ ਐਂਡ ਸੈਲਫਲੈਸ 12-year-old ਬॉय। ਕਿ ਇਹ ਇੱਕ ਬਹਾਦਰ ਤੇ ਬਿਨਾਂ ਕਿਸੇ ਮਤਲਬ ਤੋਂ ਕੰਮ ਕਰਨ ਵਾਲਾ 12 ਸਾਲ ਦਾ ਲੜਕਾ ਸੀ। ਹੀ ਰਿਸਕ ਹਿਜ਼ ਲਾਈਫ ਟੂ ਕੈਰੀ ਹਿਜ਼ ਸਿਕ ਯੰਗਰ ਬ੍ਰਦਰ ਕਨਵਰ ਥਰੂ ਅ ਡੇਂਜਰਸ ਜੰਗਲ। ਉਸਨੇ ਲਾਈਫ ਨੂੰ ਖਤਰੇ ਵਿੱਚ ਪਾ ਕੇ ਆਪਣੇ ਛੋਟੇ ਭਰਾ ਕਨਵਰ ਨੂੰ ਆਪਣੇ ਮੋਢਿਆਂ 'ਤੇ ਉਠਾ ਕੇ ਕੈਰੀ ਕਰਕੇ ਖਤਰਨਾਕ ਜੰਗਲ ਦੇ ਵਿੱਚੋਂ ਲੈ ਕੇ ਗਿਆ ਅਕਰੋਸ ਦੀ ਫਲੱਡਡ ਰਿਵਰ। ਤੇ ਤੂਫਾਨੀ ਜਿਹੜੇ ਫਲੱਡ ਆਏ ਹੋਏ ਰਿਵਰਸ ਦੇ ਵਿੱਚੋਂ ਦੀ ਲੈ ਕੇ ਗਿਆ ਹਸਪਤਾਲ। ਹੀ ਸਪਿਰਿਟ ਇਨ ਹਿਜ਼ ਸਟਰੋਂਗੈਸਟ ਟ੍ਰੇਡ। ਠੀਕ ਹੈ ਜੀ। ਤੇ ਉਹ ਬਹੁਤ ਹੀ ਬਹਾਦਰ ਸੀ ਕਿਉਂਕਿ ਉਸਨੇ ਕੋਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬ੍ਰਦਰ ਦੀ ਜਾਨ ਬਚਾਈ ਸੀ ਉਹਨੂੰ ਹਸਪੀਟਲ 'ਚ ਲਿਜਾ ਕੇ। ਅਗਲਾ ਹੈਗਾ ਜੀ ਅਰਜੁਨ ਦਾ ਰਿਵੈਂਜ ਕੀ ਸੀ? ਅਰਜੁਨ ਟੁੱਕ ਏ ਵੋਰ ਟੂ ਕਿਲ ਜਯਦਰਥਾ ਬਿਫੋਰ ਸਨਸੈਟ ਦ ਡੇ। ਸੂਰਜ ਛਿਪਣ ਤੋਂ ਪਹਿਲਾਂ। ਆਫਟਰ ਅਭਿਮਨਿਊ ਡੈਥ। ਅਭਿਮਨਿਊ ਦੀ ਮੌਤ ਤੋਂ ਬਾਅਦ। ਵਿਦ ਕ੍ਰਿਸ਼ਨਾ ਹੈਲਪ। ਕ੍ਰਿਸ਼ਨ ਦੀ ਹੈਲਪ ਦੇ ਨਾਲ। ਅਰਜੁਨਾ ਕੌਟ ਜਯਦਰਥਾ ਆਫ ਗਾਡ ਐਂਡ ਬਿਹੀਡਡ ਹਿਮ। ਅਗਲਾ ਹੈ ਜੀ ਆਪਣਾ ਇੰਗਲਿਸ਼ ਮੇਨ ਕੋਰਸ ਬੁੱਕ ਦੇ ਵਿੱਚੋਂ ਪੋਇਟਰੀ। ਆਪਾਂ ਨੇ ਇਸ ਜਿਹੜੀ ਲਾਈਨਸ ਨੇ ਇਹਨੂੰ ਰੀਡ ਕਰਕੇ ਕੁਐਸਚਨ ਦੇ ਆਨਸਰਸ ਦੇਣੇ ਨੇ। A nightingale that all day long had cheered the village with his song, nor yet at eve his note suspended, nor yet eventide was ended, began to fail as well he might, the keen demanded of appetite। ਤਾਂ ਫਸਟ ਕੁਐਸਚਨ ਹੈਗਾ ਕਿ ਇਸ ਪੋਇਮ ਤੇ ਇਸ ਪੋਇਮ ਨੂੰ ਲਿਖਣ ਵਾਲੇ ਦਾ ਪੋਇਟ ਦਾ ਕੀ ਨਾਮ ਹੈ? ਸੈਕਿੰਡ, ਵੇਅਰ ਵਾਜ਼ ਅ ਨਾਈਟਿੰਗਲ ਸਿੰਗਿੰਗ, ਕਿ ਉਹ ਕਿੱਥੇ ਗਾ ਰਹੀ ਸੀ? ਐਂਡ ਦ ਥਰਡ ਇਜ਼ ਵਟ ਡਿਡ ਹੀ ਬਿਗੇਨ ਟੂ ਫੀਲ, ਤੇ ਉਹ ਕੀ ਮਹਿਸੂਸ ਕਰਨਾ ਸ਼ੁਰੂ ਕਰਦੀ ਹੈ? ਫਰਸਟ ਦ ਪੋਇਮ ਇਜ਼ ਦ ਨਾਈਟਿੰਗਲ ਐਂਡ ਦ ਗਲੋਬ ਵੋਮ। ਕਿਸਨੇ ਲਿਖੀ ਸੀ ਇਹ? ਵਿਲੀਅਮ ਕੌਪਰ ਨੇ। ਐਂਡ ਕਿੱਥੇ ਗਾ ਰਹੀ ਸੀ ਉਹ? ਹੀ ਵਾਜ਼ ਸਿੰਗਿੰਗ ਇਨ ਏ ਵਿਲੇਜ। ਉਹ ਇੱਕ ਗਾਉਂ ਦੇ ਵਿੱਚ ਗਾ ਰਹੀ ਸੀ, ਪਿੰਡ ਦੇ ਵਿੱਚ। ਲਾਈਕਲੀ ਫਰੋਮ ਅ ਟਰੀ ਔਰ ਅ ਹੋਥਰੋਨ ਬਰਸ਼, ਝਾੜੀਆਂ ਦੇ ਪੇੜ ਤੋਂ। ਵੇਅਰ ਹੀ ਹੈਡ ਚੇਅਰਡ ਦ ਵਿਲੇਜ ਆਲ ਦ ਡੇ। ਠੀਕ ਹੈ ਜੀ। ਅੱਗੇ ਕੀ ਸੀ? ਉਹ ਕੀ ਮਹਿਸੂਸ ਕਰਨਾ ਸ਼ੁਰੂ ਕਰਦੀ ਹੈ? ਹੀ ਬਿਗੇਨ ਟੂ ਫੀਲ ਦ ਕੀਨ ਡਿਮਾਂਡ ਆਫ ਐਪੀਟਾਈਟ। ਠੀਕ ਹੈ, ਹੀ ਵਾਜ਼ ਵੈਰੀ ਹੰਗਰੀ। ਉਹ ਬਹੁਤ ਭੁੱਖੀ ਸੀ। ਹੀ ਬਿਗੇਨ ਟੂ ਫੀਲ ਕੀਨ ਡਿਮਾਂਡ ਆਫ ਐਪੀਟਾਈਟ, ਹੀ ਵਾਜ਼ ਵੈਰੀ ਹੰਗਰੀ। ਉਹ ਬਹੁਤ ਭੁੱਖਾ ਸੀ। ਠੀਕ ਹੈ। ਅੱਗੇ ਹੈ ਸੈਂਟਰਲ ਆਈਡੀਆ। ਰਾਈਟ ਡਾਊਨ ਦੀ ਸੈਂਟਰਲ ਆਈਡੀਆ ਆਫ ਦੀ ਪੋਇਮ। ਓਪਨ ਦੀ ਆਈਜ਼ ਐਂਡ ਸੀ ਦੀ ਗੋਲਡ। ਜਾਂ ਫਿਰ ਹਾਊ ਆਰ ਆਲ ਮੈਨ ਸਿਮਿਲਰ ਟੂ ਵਨ ਅਨਦਰ। ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਕਰਨੇ। ਫਰਸਟ ਹੈਗਾ ਜੀ ਓਪਨ ਦ ਆਈ ਐਂਡ ਸੀ ਦ ਗੋਲਡ, ਰਵਿੰਦਰਨਾਥ ਟੈਗੋਰ ਦੀ ਲਿਖੀ ਹੋਈ। ਇਹਦੇ ਵਿੱਚੋਂ ਇਹਦਾ ਸੈਂਟਰ ਆਈਡੀਆ ਹੈਗਾ ਦ ਸੈਂਟਰ ਆਈਡੀਆ ਇਜ਼ ਦੈਟ ਗੋਡ ਇਜ਼ ਨਾਟ ਫਾਊਂਡ ਇਨ secluded temples or through ritualistic chanting and beads. Instead, God is found among the humble, hardworking people, the tillers of the soil, and the path makers who work in the sun and rain. Again, second, no man are foreign. This poem promotes universal brotherhood. It argues that although we wear different uniforms
and speak different language. We all breathe the same air, walk the same earth, and share the same human needs. No one man is strange. ਕਿ ਇਹ 'ਚ ਕਿਹਾ ਗਿਆ ਹੈ ਕਿ ਆਪਾਂ ਨੂੰ ਸੰਸਾਰਿਕ ਭਾਈਚਾਰਾ ਬਣਾਉਣਾ ਚਾਹੀਦਾ ਹੈ ਅਤੇ ਇਹ ਆਰਗੂ ਕੀਤੀ ਗਈ ਹੈ ਕਿ ਚਾਹੇ ਅਸੀਂ ਬੇਸ਼ੱਕ ਅਲੱਗ-ਅਲੱਗ ਕੱਪੜੇ ਪਹਿਨਦੇ ਹਾਂ, ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਹਾਂ, ਪਰ ਅਸੀਂ ਸਾਰੇ ਹੀ ਇੱਕੋ ਜਿਹੀ ਹਵਾ ਲੈਂਦੇ ਹਾਂ ਸਾਹ ਲਈ ਅਤੇ ਸਾਰੇ ਹੀ ਇੱਕੋ ਹੀ ਧਰਤੀ 'ਤੇ ਰਹਿੰਦੇ ਹਾਂ ਅਤੇ ਸਾਰਿਆਂ ਦੀ ਜ਼ਰੂਰਤਾਂ ਵੀ ਆਪਣੀਆਂ ਸੇਮ ਹਨ, ਇਸ ਕਰਕੇ ਕੋਈ ਵੀ ਅਲੱਗ ਨਹੀਂ ਹੈ। ਅੱਗੇ ਜੀ ਆਪਣੀ ਸਪਲੀਮੈਂਟਰੀ ਰੀਡਰ ਬੁੱਕ ਦੇ ਵਿੱਚੋਂ ਦੇਖੋ 5 ਕੁਐਸਚਨ ਨੇ, ਕੋਈ 3 ਕਰਨੇ ਨੇ, 3-3 ਨੰਬਰ ਵਾਲੇ। ਤਾਂ ਦੇਖਦੇ ਇਹਨਾਂ ਦੇ ਆਂਸਰਸ। ਫਰਸਟ ਹੈਗਾ ਵਟ ਡਿਡ ਦ ਓਲਡ ਮੈਨ ਗਿਵ ਟੂ ਦ ਬॉय। ਬੁੱਢੇ ਆਦਮੀ ਨੇ ਲੜਕੇ ਨੂੰ ਕੀ ਦਿੱਤਾ? ਦ ਓਲਡ ਮੈਨ ਗਿਵ ਦ ਬॉय ਮੈਜਿਕ ਵਾਇਲਨ। ਕੀ ਦਿੱਤਾ ਸੀ? ਮੈਜਿਕ ਵਾਇਲਨ ਐਂਡ ਏ ਸਿਲਵਰ ਕੁਆਇਨ। ਅੱਗੇ ਹੈਗੇ ਹੂ ਟੁਕ ਦ ਲੈਟਰ ਟੂ ਦ ਪੋਸਟਮੈਨ। ਪੋਸਟਮੈਨ ਤੱਕ ਲੈਟਰ ਕੌਣ ਲੈ ਕੇ ਗਿਆ ਸੀ? ਦ ਪੋਸਟਮੈਨ ਟੁਕ ਦੀ ਲੈਟਰ ਟੂ ਦੀ ਪੋਸਟਮਾਸਟਰ। ਜਿਹੜਾ ਪੋਸਟਮੈਨ ਸੀ ਉਹ ਮਾਸਟਰ ਤੱਕ ਲੈਟਰ ਲੈ ਕੇ ਗਿਆ ਸੀ। ਆਫਟਰ ਸੀਇੰਗ ਇਟ ਵਾਜ਼ ਐਡਰੈਸ ਟੂ ਗੋਡ। ਅਤੇ ਦੇਖੇ ਕਿ ਉਹਦੇ ਉੱਪਰ ਪਰਮਾਤਮਾ ਦਾ ਐਡਰੈਸ ਲਿਖਿਆ ਹੋਇਆ ਹੈ। ਠੀਕ ਹੈ ਜੀ, ਉਹ ਆਪਣੇ ਪੋਸਟ ਮਾਸਟਰ ਕੋਲ ਲੈ ਕੇ ਗਿਆ ਸੀ। ਵਟ ਵਾਜ਼ ਬਹਿਰਮਾਨ ਮਾਸਟਰਪੀਸ। ਉਹਦਾ ਮਾਸਟਰਪੀਸ ਕਿਹੜਾ ਸੀ? ਜਿਹੜਾ ਲਾਸਟ ਪੱਤਾ ਉਹਨੇ ਬਣਾਇਆ ਸੀ। ਠੀਕ ਹੈ, ਬਹਿਮਾਨ ਮਾਸਟਰਪੀਸ ਵਾਜ਼ ਅ ਲਾਸਟ ਈਵੀ ਲੀਫ ਹੀ ਪੇਂਟਡ ਔਨ ਦੀ ਵੋਲ which looked so real that he saved ਜੌਨਸੀ ਲਾਈਫ। ਉਹ ਇੰਨਾ ਰੀਅਲ ਲੱਗ ਰਿਹਾ ਸੀ ਕਿ ਉਸਨੇ ਜੌਨਸੀ ਦੀ ਲਾਈਫ ਨੂੰ ਬਚਾ ਲਿਆ ਸੀ। ਅਗਲਾ ਵੇਅਰ ਡਿਡ ਦ ਆਥਰ ਗੈਟ ਹਿਸ ਸੂਟਸ ਮੇਡ ਫਰੋਮ। ਜਿਹੜਾ ਲੇਖਕ ਦਾ ਸੂਟ ਸੀ ਕਿੱਥੋਂ ਬਣਿਆ ਹੋਇਆ ਸੀ? ਦ ਆਥਰ ਗॉट ਹਿਸ ਸੂਟ ਮੇਡ ਫਰੋਮ ਅ ਮਿਸਚੀਰੀਅਸ ਟੇਲਰ। ਜਿਹਦਾ ਨਾਮ ਕੀ ਸੀ ਉਸ ਟੇਲਰ ਦਾ? ਐਲਫੋਂਜ਼ੋ ਕੋਰਟੀਸਿਲਾ। ਵਾਈ ਵਰ ਦ ਟੂ ਮੈਨ ਫਾਈਟਿੰਗ। ਦੋ ਆਦਮੀ ਕਿਉਂ ਲੜ ਰਹੇ ਸੀ? ਦੇ ਵਰ ਫਾਈਟਿੰਗ ਓਵਰ ਦੀ ਓਨਰਸ਼ਿਪ ਆਫ ਏ ਹੋਰਸ। ਉਹ ਘੋੜੇ ਦੀ ਮਲਕੀਅਤ ਨੂੰ ਲੈ ਕੇ ਆਪਸ ਦੇ ਵਿੱਚ ਲੜ ਰਹੇ ਸੀ। ਇਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਇਹ ਆਪਣਾ ਅਗਲਾ ਭਾਗ, ਸੈਕਸ਼ਨ ਡੀ ਵੋਕੈਬਲਰੀ ਆਪਣੀ। ਠੀਕ ਹੈ, ਇਹ 4 ਨੰਬਰ ਦੀ ਆਏਗੀ ਆਪਾਂ ਨੂੰ ਵੋਕੈਬਲਰੀ। ਫਰਸਟ ਇਨ ਦੀ ਫੋਲੋਇੰਗ ਸੈਂਟੈਂਸ ਦਾ ਵਰਡ ਸੈਟ ਮੀਨ ਫਿਕਸਡ ਔਰ ਅਰੇਂਜ। ਕਿ ਇਹਦੇ ਵਿੱਚ ਜਿਹੜਾ ਸੈਟ ਵਰਡ ਯੂਜ਼ ਕੀਤਾ ਗਿਆ ਇਹਦਾ ਮੀਨਿੰਗ ਕੀ ਹੈ? ਫਿਕਸਡ ਹੈ ਜਾਂ ਫਿਰ ਅਰੇਂਜ ਹੈ। The meaning of set in the sentence provided set means decided। ਇਹਦਾ meaning ਹੈਗਾ decided ਜਾਂ ਫਿਰ finalized ਕਰਨਾ। sentence ਕੀ ਸੀ ਆਪਣਾ? The date of the match has not been set yet। ਕਿ ਜਿਹੜੀ ਮੈਚ ਦੀ ਤਾਰੀਖ ਹੈ ਉਹ ਹਜੇ ਤੱਕ ਸੈਟ ਨਹੀਂ ਕੀਤੀ ਗਈ, ਮਤਲਬ ਫਿਕਸ ਨਹੀਂ ਕੀਤੀ ਗਈ ਹੈਗੀ। use the word clause as noun and verb। ਕਿ clause ਸ਼ਬਦ ਨੂੰ ਇੱਕ ਨਾਮ ਦੇ ਤੌਰ ਤੇ verb ਦੇ ਤੌਰ ਤੇ use ਕਰਨਾ ਆਪਾਂ ਨੇ। ਤਾਂ ਦੇਖੋ ਜਦੋਂ ਨਾਉਨ ਦੇ ਤੌਰ ਤੇ ਯੂਜ਼ ਕਰਾਂਗੇ ਤਾਂ ਕੀ ਬਣੂਗਾ ਸੈਂਟੈਂਸ ਆਪਣਾ? ਦ ਮੀਟਿੰਗ ਕੇਮ ਟੂ ਅ ਕਲੋਜ਼ ਐਟ 5 PM। ਕਿ ਜਿਹੜੀ ਮੀਟਿੰਗ ਹੈ ਉਹ 5 ਵਜੇ ਸ਼ਾਮ ਨੂੰ ਬੰਦ ਹੋ ਜਾਏਗੀ। ਵਰਬ ਪਲੀਜ਼ ਕਲੋਜ਼ ਦੀ ਡੋਰ ਬਿਹਾਈਂਡ ਯੂ। ਕਿ ਜਿਹੜੇ ਤੁਹਾਡੇ ਪਿੱਛੇ ਡੋਰ ਹੈ ਉਹਨੂੰ ਬੰਦ ਕਰ ਦਿਓ। ਇਹਦਾ ਮਤਲਬ ਕੀ ਹੋ ਗਿਆ? ਸ਼ਟ ਕਰਨਾ, ਬੰਦ ਕਰ ਦੇਣਾ। ਅੱਗੇ ਸਿਨੋਨੀਅਮ ਦੱਸਣੇ ਨੇ। ਬਿਗਿਨ ਦਾ ਸਿਨੋਨੀਅਮ ਹੁੰਦਾ ਸਟਾਰਟ ਕਰਨਾ ਕਿਸੇ ਚੀਜ਼ ਨੂੰ। ਟਾਈਡੀ ਮੀਨਸ ਨੀਟ, ਕਲੀਨ, ਸੇਮ ਮੀਨਿੰਗ ਨੇ ਇਹ। ਐਂਟੋਨੀਅਮਸ ਆਪੋਜ਼ਿਟ ਵਰਡਸ। ਐਕਟਿਵ ਦਾ ਹੁੰਦਾ ਪੈਸਿਵ, ਲੇਜ਼ਿਵ ਜਾਂ ਫਿਰ ਇਨਐਕਟਿਵ। ਗੇਨ ਦਾ ਹੁੰਦਾ ਆਪੋਜ਼ਿਟ ਲੋਸ। ਅੱਗੇ ਹੈਗੀ ਟਰਾਂਸਲੇਸ਼ਨ। ਆਪਾਂ ਨੇ ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੈ। ਸੂਰਜ ਪੂਰਬ ਵਿੱਚੋਂ ਨਿਕਲਦਾ ਹੈ। ਦ ਸਨ ਰਾਈਜ਼ਿਜ਼ ਇਨ ਦਾ ਈਸਟ। ਤੁਸੀਂ ਆਪਣਾ ਪਾਠ ਯਾਦ ਕਰੋਗੇ। ਯੂ ਵਿਲ ਲਰਨ ਯੂਅਰ ਲੈਸਨ। ਖੱਬੇ ਹੱਥ ਚੱਲੋ, ਕੀਪ ਟੂ ਦ ਲੈਫਟ। ਇਹ ਖਬਰ ਬਹੁਤ ਦਿਲਚਸਪ ਹੈ। ਦਿਸ ਨਿਊਜ਼ ਇਜ਼ ਵੈਰੀ ਇੰਟਰਸਟਿੰਗ। ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਯੂ ਸ਼ੁੱਡ ਐਕਸਰਸਾਈਜ਼ ਐਵਰੀ ਡੇ। ਅੱਗੇ ਟਰਾਂਸਲੇਸ਼ਨ ਕਰਨੀ ਹੈ ਜੀ ਆਪਾਂ ਨੇ ਪੰਜਾਬੀ ਦੇ ਵਿੱਚ ਕੋਈ 3 ਕਰਨੀਆਂ ਨੇ। ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ। ਤੁਸੀਂ ਇਸ ਯੰਤਰ ਨੂੰ ਕੀ ਕਹੋਗੇ? ਟਾਈਮ ਐਂਡ ਟਾਈਡ ਵੇਟ ਫॉर ਨਨ। ਕਿ ਸਮਾਂ ਅਤੇ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੇ। ਇਟ ਇਜ਼ ਅ ਅਰਥ ਓਨਲੀ ਨੈਚੁਰਲ ਸੈਟੇਲਾਈਟ। ਇਹ ਧਰਤੀ ਦਾ ਇੱਕੋ ਇੱਕ ਕੁਦਰਤੀ ਉਪਗ੍ਰਹਿ ਹੈ। ਅਰਜੁਨਾ ਵੈਪਟ ਬਿਟਰਲੀ। ਅਰਜੁਨ ਫੁੱਟ ਫੁੱਟ ਕੇ ਰੋਇਆ। ਆਲ ਮੈਨ ਆਰ ਨਾਟ ਜਸਟ। ਸਾਰੇ ਮਨੁੱਖ ਨਿਆਂਪੂਰਨ ਨਹੀਂ ਹੁੰਦੇ। ਅੱਗੇ ਹੈ ਜੀ ਡੂ ਐਸ ਡਾਇਰੈਕਟਰ। ਇਹਦੇ ਵਿੱਚ ਆਪਾਂ ਨੇ ਡਿਟਰਮੀਨਰਸ, ਮਾਡਲ, ਪ੍ਰੈਪੋਜੀਸ਼ਨ ਇਹਨਾਂ ਸਾਰਿਆਂ ਦੀ ਯੂਜ਼ ਕਰਨਾ ਹੈ।
देखो पहला हैगा फिल इन द ब्लैंक विद अ सूटेबल डिटर्मिनर इंडिया इज डैश ग्रेट कंट्री तो इत्थे आंसर आऊगा इंडिया इज अ ग्रेट कंट्री फिल इन द ब्लैंक विद सूटेबल मॉडल मॉडल यूज करने यू शुड रिस्पेक्ट योर एल्डर्स fill in the blank with suitable prepositions let us hope for the best fill in the blank with the correct form of non-finite verb given in the bracket dash is a good exercise a walk ਤਾਂ ਲਗਾਵਾਂਗੇ ਆਪਾਂ ਉਰੇ walking walking is a good exercise fill in the blank with past indefinite ਚ ਆਪਾਂ ਕੀ use ਕਰਦੇ ਹਾਂ verb ਦੀ second form she painted a picture fill in the blank with suitable conjunction Sonu is coward but his brother is brave he lost the book that I had given him ठीक है ਇਹਦੇ ਵਿੱਚੋਂ ਆਪਾਂ ਨੇ subordinate clause find out ਕਰਨਾ ਹੈ ਤੇ ਉਹਦਾ ਨਾਮ ਦੱਸਣਾ ਹੈ ਅੱਗੇ ਹੈਗਾ change the voice ਤੇ narration ਤੇ ਉਸ ਤੋਂ ਬਾਅਦ ਹੈਗਾ ਆਪਾਂ ਨੇ transform ਕਰਨਾ sentence ਨੂੰ simple sentence ਦੇ ਵਿੱਚ ਦੇਖੋ ਜੀ subordinate clause ਕਿਹੜਾ ਸੀ ਇਹਦੇ ਵਿੱਚ that I had given him ਤੇ ਕਿਸ ਟਾਈਪ ਦਾ ਇਹ clause ਹੈ ਇਹ adjective clause ਹੈ change the voice ਕੀ ਬਣੂਗਾ ਉਸਦਾ 10 people were injured by the terrorist ਠੀਕ ਹੈ ਕਿ 10 ਆਦਮੀ ਜ਼ਖਮੀ ਕੀਤੇ ਗਏ ਅਤਵਾਦੀ ਦੁਆਰਾ ਰਾਮ said that he had invited 3 friends to dinner that day ਰਾਮ ਨੇ ਕਿਹਾ ਕਿ ਉਸਨੇ ਆਪਣੇ 3 ਦੋਸਤਾਂ ਨੂੰ ਉਸ ਦਿਨ ਡਿਨਰ ਤੇ ਬੁਲਾਇਆ ਸੀ promise ਜਗ੍ਹਾ ਤੇ said he said that sorry कॉमे हटा के लगे करे दैट राम said that he present perfect past perfect he had invited 3 friends to dinner today का चेंज हो जाएगा that day ਦੇ ਵਿੱਚ ਇੱਥੇ ਕੀ ਬਣਾਵਾਂਗੇ ਆਪਾਂ 10 people was injured by the terrorist simple sentence convert करना इसमें he promised that he would return the money soon उसने promise ਕੀਤਾ ਕਿ ਉਹ ਪੈਸੇ ਜਲਦੀ ਹੀ ਮੋੜ ਦੇਗਾ ਤੇ ਇਹਦਾ ਬਣੇਗਾ he promised to return the money soon ਇਸ ਤੋਂ ਅਗਲਾ ਪਾਰਟ ਹੈ ਜੀ ਆਪਣਾ ਰੀਡ ਦੀ ਪੈਸੇਜ ਗਿਵਨ ਬਿਲੋ ਐਂਡ ਮੇਕ ਨੋਟ ਕਿ ਇਸ ਪੈਸੇਜ ਨੂੰ ਪੜ੍ਹਦੇ ਹੋਏ ਆਪਾਂ ਨੇ ਨੋਟਸ ਬਣਾਉਣੇ ਨੇ ਇਹ 3 ਮਾਰਕਸ ਦਾ ਆਏਗਾ ਤੁਹਾਨੂੰ देयर आर 3 टाइप्स of American rice long grain is slender and the grains remain separate when cooked it is suitable to main dishes salads and soups medium grain is plumper and long grains are more tender when cooked short grain is almost round the grains stick together when cooked rice is also classified according to the ways it is processed brown rice retains the bran and germ parboiled or converted rice is soaked steamed and dried before milling it remains more nutrients than white rice but takes 5 to 10 minutes longer to cook pre-cooked white rice is cooked and dehydrated after milling and needs little cooking ਜਦੋਂ ਇਸ ਨੂੰ ਪੜ੍ਹ ਕੇ ਸੁਣੇ ਨੋਟਸ ਬਣਾਉਣੇ ਨੇ ਜਾਂ ਫਿਰ ਜਿਹੜਾ ਦੇਖੋ ਆ ਆਪਾਂ ਨੂੰ ਉਰੇ ਦਿੱਤਾ ਹੋਇਆ ਪੈਸੇਜ ਇਸ ਨੂੰ ਪੜ੍ਹਨਾ ਹੈ ਠੀਕ ਹੈ ਇਹਦੇ ਉੱਪਰ ਨੋਟਸ ਬਣਾਉਣੇ ਨੇ ਸੁਣਨੇ 100 ਆਫ ਐਨੀਮਲਸ ਇਹ ਸਾਰਾ ਤੁਸੀਂ ਪੜ੍ਹ ਲਿਓ ਠੀਕ ਹੈ ਜੀ ਸਕਰੀਨਸ਼ਾਟ ਲੈ ਲਓ ਰੀਡ ਕਰ ਲਿਓ ਨੈਕਸਟ ਹੈਗਾ ਜੀ 9th ਪਾਰਟ ਦੇ ਵਿੱਚ ਆਪਣਾ ਆਪਾਂ ਨੇ ਈਮੇਲ ਰਾਈਟ ਕਰਨੀ ਹੈ ਆਪਣੇ ਫਰੈਂਡ ਨੂੰ ਉਹਨੂੰ ਆਪਣੇ ਇਨਵਾਈਟ ਕਰਨਾ ਹੈ ਤੁਹਾਨੂੰ ਖੇਲਦੇ ਹੋਏ ਵਾਚ ਕਰਨ ਲਈ ਪਲੇ ਕਰਦੇ ਹੋਏ ਦੇਖਣ ਲਈ ਸੌਰੀ ਰਾਈਟ ਐਨ ਈਮੇਲ ਟੂ ਯਰ ਫਰੈਂਡ ਫॉर ਇਨਵਾਈਟਿੰਗ ਹਿਮ ਟੂ ਵਾਚ ਅ ਪਲੇ ਇੱਕ ਪਲੇ ਦੇਖਣ ਦੇ ਲਈ ਉਹਨੂੰ ਇਨਵਾਈਟ ਕਰਨਾ ਤੁਸੀਂ ਉਹਦੇ ਲਈ ਈਮੇਲ ਲਿਖਣੀ ਹੈ ਰਾਈਟ ਐਨ ਈਮੇਲ ਟੂ ਯਰ ਫਰੈਂਡ ਟੂ ਕੰਗ੍ਰੈਚੁਲੇਟਿੰਗ ਹਿਮ ਔਨ ਹਿਸ ਇੰਗੇਜਮੈਂਟ ਜਾਂ ਫਿਰ ਆਪਣੇ
ਮਿੱਤਰ ਨੂੰ ਈਮੇਲ ਲਿਖਣੀ ਹੈ, ਉਸਨੂੰ ਉਹਦੀ ਇੰਗੇਜਮੈਂਟ ਦੇ ਉੱਪਰ ਵਧਾਈ ਦਿੰਦੇ ਹੋਏ। ਅਗਲਾ ਹੈਗਾ ਜੀ, ਕੋਈ ਇੱਕ ਪੈਰਾਗ੍ਰਾਫ ਲਿਖੋ ਗੋਲਡਨ ਟੈਂਪਲ ਜਾਂ ਫਿਰ ਮਾਈ ਨੇਬਰ ਦੇ ਉੱਪਰ ਇੱਕ। ਅਗਲਾ ਹੈ, ਰਾਈਟ ਏ ਲੈਟਰ ਟੂ ਯਰ ਕਜ਼ਨ ਆਸਕਿੰਗ ਹਿਮ ਟੂ ਸਪੈਂਡ ਸਮਰ ਵਕੇਸ਼ਨ ਟੂਗੈਦਰ। ਆਪਣੇ ਕਜ਼ਨ ਨੂੰ ਲੈਟਰ ਲਿਖਣਾ ਹੈ, ਠੀਕ ਹੈ ਜੀ, ਤਾਂ ਕਿ ਤੁਸੀਂ ਜਿਹੜੇ ਸਮਰ ਵਕੇਸ਼ਨ ਇਕੱਠੇ ਸਪੈਂਡ ਕਰ ਸਕੋ। ਉਸਨੂੰ ਪੁੱਛ ਰਹੇ ਹੋ ਤੁਸੀਂ। ਰਾਈਟ ਏ ਲੈਟਰ ਟੂ ਆਰਡਰ ਸਮ ਸਟੇਸ਼ਨਰੀ ਆਈਟਮਸ। ਇੱਕ ਦੁਕਾਨਦਾਰ ਨੂੰ ਤੁਸੀਂ ਲੈਟਰ ਲਿਖਣਾ ਹੈ ਕੁਝ ਸਟੇਸ਼ਨਰੀ ਆਈਟਮਸ ਆਰਡਰ ਕਰਨ ਲਈ। ਇਹ ਵੀ 7 ਨੰਬਰ ਦਾ। ਤਾਂ ਇਹ ਸੀ ਆਪਣਾ ਸੈਂਪਲ ਪੇਪਰ 3। ਠੀਕ ਹੈ ਜੀ, ਆਈ ਹੋਪ ਤੁਹਾਨੂੰ ਇਹ ਸਾਰਾ ਸਮਝ ਆਇਆ ਹੋਊਗਾ। ਤੁਸੀਂ ਹੁਣ ਇਸਦੀ ਚੰਗੀ ਤਰ੍ਹਾਂ ਰਿਵੀਜ਼ਨ ਕਰਨੀ ਹੈ, ਠੀਕ ਹੈ। 2-3 ਵਾਰੀ ਰਿਵਾਈਜ਼ ਕਰੋਗੇ ਤਾਂ ਚੰਗੀ ਤਰ੍ਹਾਂ ਰਿਵੀਜ਼ਨ ਹੋ ਜਾਏਗੀ ਤੁਹਾਡੀ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅਗਲੇ ਸੈਂਪਲ ਪੇਪਰ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ।